ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਆਨੂਵੰਸ਼ਿਕਤਾ ਅਤੇ ਜੀਵ ਵਿਕਾਸ ਪਾਠ ਦਾ ਅਗਲਾ ਟੌਪਿਕ ਪੜ੍ਹਨ ਜਾ ਰਹੇ ਹਾਂ, ਜਿਹਦਾ ਨਾਮ ਹੈ ਪਥਰਾਟ। ਤਾਂ ਬੱਚੇ, ਇਹ ਪਥਰਾਟ ਕੀ ਹੁੰਦੇ ਨੇ ਤੇ ਜੀਵਾਂ ਦੇ ਅਧਿਐਨ ਦੇ ਵਿੱਚ ਇਹਨਾਂ ਦੀ ਕੀ ਮਹੱਤਤਾ ਹੈ? ਤਾਂ ਆਓ ਦੇਖਦੇ ਹਾਂ। ਅੰਗਾਂ ਦੀ ਰਚਨਾ ਦਾ ਅਧਿਐਨ ਕੇਵਲ ਵਰਤਮਾਨ ਜਾਤੀਆਂ ਉੱਪਰ ਹੀ ਨਹੀਂ ਕੀਤਾ ਜਾ ਸਕਦਾ, ਸਗੋਂ ਉਹਨਾਂ ਜਾਤੀਆਂ ਉੱਪਰ ਵੀ ਕੀਤਾ ਜਾ ਸਕਦਾ ਹੈ ਜੋ ਹੁਣ ਜੀਵਿਤ ਨਹੀਂ ਹੈ। ਤਾਂ ਬੱਚੇ, ਅਸੀਂ ਜਿਹੜੀਆਂ ਵਰਤਮਾਨ ਜਾਤੀਆਂ ਨੇ ਉਹਨਾਂ ਦੇ ਅੰਗਾਂ ਦੀ ਰਚਨਾ ਦਾ ਅਧਿਐਨ ਤਾਂ ਅਸੀਂ ਕਰ ਸਕਦੇ ਹਾਂ, ਪਰ ਜਿਹੜੀਆਂ ਜਾਤੀਆਂ ਹੁਣ ਅਲੋਪ ਹੋ ਚੁੱਕੀਆਂ ਨੇ ਤਾਂ ਉਹਨਾਂ ਦੇ ਅੰਗਾਂ ਦੀ ਰਚਨਾ ਦਾ ਅਧਿਐਨ ਵੀ ਕੀਤਾ ਜਾ ਸਕਦਾ ਹੈ। ਅਸੀਂ ਇਹ ਕਿਵੇਂ ਜਾਣ ਜਾਂਦੇ ਹਾਂ ਕਿ ਇਹ ਲੁਪਤ ਜਾਤੀਆਂ ਕਦੇ ਹੁੰਦੀਆਂ ਸੀ? ਸਾਨੂੰ ਕਿਵੇਂ ਪਤਾ ਵੀ ਜਿਹੜੀਆਂ ਜਾਤੀਆਂ ਹੁਣ ਖਤਮ ਹੋ ਚੁੱਕੀਆਂ ਨੇ ਉਹ ਪਹਿਲਾਂ ਇਸ ਵਾਤਾਵਰਣ ਦੇ ਵਿੱਚ, ਇਸ ਧਰਤੀ ਉੱਤੇ ਮੌਜੂਦ ਹੁੰਦੀਆਂ ਸਨ? ਇਹ ਅਸੀਂ ਕਿਸ ਤੋਂ ਜਾਣਦੇ ਹਾਂ? ਪਥਰਾਟਾਂ ਤੋਂ। ਹੁਣ ਅਗਲਾ ਸਵਾਲ ਉੱਠਦਾ ਹੈ ਕਿ ਪਥਰਾਟ ਕੀ ਹੁੰਦੇ ਨੇ। ਹਾਂਜੀ, ਪਥਰਾਟ ਕੀ ਨੇ? ਦੇਖੋ, ਆਮ ਕਰਕੇ ਜੀਵ ਦੀ ਮੌਤ ਪਿੱਛੋਂ ਉਸ ਦੇ ਸਰੀਰ ਦਾ ਅਪਘਟਨ ਹੋ ਜਾਂਦਾ ਹੈ ਅਤੇ ਉਹ ਸਮਾਪਤ ਹੋ ਜਾਂਦਾ ਹੈ। ਤਾਂ ਦੇਖੋ ਬੱਚੇ, ਆਮ ਤੌਰ 'ਤੇ ਜਦੋਂ ਵੀ ਕੋਈ ਜੀਵ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਵਿੱਚ ਕੀ ਹੈਗਾ, ਕੁਝ ਜੀਵ ਪੈ ਜਾਂਦੇ ਨੇ ਅਤੇ ਉਹ ਜੀਵ ਕੀ ਆ, ਹੌਲੀ ਹੌਲੀ ਉਸ ਜੰਤੂ ਨੂੰ ਖਾ ਜਾਂਦੇ ਨੇ ਅਤੇ ਉਹ ਉਸ ਦਾ ਅਪਘਟਨ ਕਰ ਦਿੰਦੇ ਨੇ ਅਤੇ ਉਹ ਜੰਤੂ ਆ ਜਿਹੜਾ ਉਹ ਸਮਾਪਤ ਹੋ ਜਾਂਦਾ ਹੈ। ਪਰ ਕਦੇ-ਕਦੇ ਜੀਵ ਅਤੇ ਉਸ ਦੇ ਕੁਝ ਭਾਗ ਅਜਿਹੇ ਵਾਤਾਵਰਣ ਵਿੱਚ ਹੁੰਦੇ ਨੇ ਜਿਸ ਦੇ ਕਾਰਨ ਉਹਨਾਂ ਦਾ ਅਪਘਟਨ ਪੂਰੀ ਤਰ੍ਹਾਂ ਨਹੀਂ ਹੁੰਦਾ। ਪਰ ਕਈ ਵਾਰ ਕੀ ਹੈਗਾ, ਜਿਹੜਾ ਜੀਵ ਹੈ ਉਹ ਅਜਿਹੇ ਵਾਤਾਵਰਣ ਦੇ ਵਿੱਚ ਮਰਦਾ ਹੈਗਾ ਜਿਸ ਦੇ ਵਿੱਚ ਕੀ ਹੈਗਾ, ਉਸ ਦਾ ਅਪਘਟਨ ਹੈ ਜਿਹੜਾ ਪੂਰੀ ਤਰ੍ਹਾਂ ਨਹੀਂ ਹੁੰਦਾ। ਜਿਵੇਂ ਕਿ ਦੇਖੋ, ਜੇਕਰ ਕੋਈ ਮਰਿਆ ਕੀਟ ਗਰਮ ਮਿੱਟੀ ਵਿੱਚ ਸੁੱਕ ਕੇ ਕਠੋਰ ਹੋ ਜਾਵੇ ਅਤੇ ਉਸ ਮਿੱਟੀ ਵਿੱਚ ਕੀਟ ਦੇ ਸਰੀਰ ਦੀ ਛਾਪ ਸੁਰੱਖਿਅਤ ਰਹਿ ਜਾਵੇ ਤਾਂ ਜੀਵਾਂ ਦੇ ਇਸ ਤਰ੍ਹਾਂ ਸੁਰੱਖਿਅਤ ਅਵਸ਼ੇਸ਼ਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਪਥਰਾਟ। ਤਾਂ ਜਦੋਂ ਕਿਸੇ ਜੀਵ ਦੇ ਮਰਨ ਤੋਂ ਬਾਅਦ ਉਸ ਦੇ ਸਰੀਰ ਦੀ ਛਾਪ ਸੁਰੱਖਿਅਤ ਰਹਿ ਜਾਵੇ ਤਾਂ ਉਸ ਛਾਪ ਨੂੰ ਅਸੀਂ ਜੀਵ ਦੇ ਅੰਗਾਂ ਦੀ ਰਚਨਾ ਦੇ ਅਧਿਐਨ ਦੇ ਲਈ ਵਰਤ ਸਕਦੇ ਹਾਂ। ਤਾਂ ਜੀਵਾਂ ਦੇ ਜਿਹੜੇ ਇਸ ਤਰ੍ਹਾਂ ਦੇ ਸੁਰੱਖਿਅਤ ਅਵਸ਼ੇਸ਼ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਬੱਚੇ? ਪਥਰਾਟ ਜਾਂ ਫੋਸਿਲ। ਹੁਣ ਦੇਖੋ ਬੱਚੇ, ਸਾਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਪਥਰਾਟ ਕਿੰਨੇ ਪੁਰਾਣੇ ਨੇ? ਹੁਣ ਅਸੀਂ ਇਹ ਕਿਸ ਤਰ੍ਹਾਂ ਅੰਦਾਜ਼ਾ ਲਾਉਣਾ ਹੈ ਕਿ ਪਥਰਾਟ ਨੇ, ਜਿਹੜੇ ਕਿਸੇ ਜੀਵ ਦੇ ਪਥਰਾਟ ਨੇ, ਉਹ ਕਿੰਨੇ ਜ਼ਿਆਦਾ ਪੁਰਾਣੇ ਨੇ? ਤਾਂ ਇਸ ਦਾ ਅੰਦਾਜ਼ਾ ਕਰਨ ਦੇ ਦੋ ਤਰੀਕੇ ਨੇ। ਪਹਿਲਾ ਕਿਹੜਾ ਹੈਗਾ? ਸਾਪੇਖਕ। ਹੁਣ ਦੇਖੋ, ਜੇਕਰ ਅਸੀਂ ਕਿਸੇ ਸਥਾਨ ਦੀ ਖੁਦਾਈ ਕਰਦੇ ਹਾਂ ਅਤੇ ਇੱਕ ਗਹਿਰਾਈ ਤੱਕ ਖੋਦਣ ਤੋਂ ਪਿੱਛੋਂ ਸਾਨੂੰ ਪਥਰਾਟ ਮਿਲਣੇ ਆਰੰਭ ਹੋ ਜਾਂਦੇ ਨੇ, ਤਦ ਅਜਿਹੀ ਸਥਿਤੀ ਵਿੱਚ ਇਹ ਸੋਚਣਾ ਤਰਕਸ਼ੀਲ ਹੈ ਕਿ ਪ੍ਰਿਥਵੀ ਦੀ ਸਤ੍ਹਾ ਤੋਂ ਨਿਕਲਣ ਵਾਲੇ ਪਥਰਾਟ ਡੂੰਘਾਈ 'ਤੇ ਮਿਲਣ ਵਾਲੇ ਪਥਰਾਟ ਤੋਂ ਵਧੇਰੇ ਨਵੇਂ ਨੇ। ਹੁਣ ਦੇਖੋ ਬੱਚੇ, ਜਦੋਂ ਅਸੀਂ ਖੁਦਾਈ ਕਰਦੇ ਹਾਂ ਤਾਂ ਖੁਦਾਈ ਦੇ ਵਿੱਚ ਜਿਹੜੇ ਪਥਰਾਟ ਤਾਂ ਸਾਨੂੰ ਥੋੜ੍ਹੀ ਜਿਹੀ ਖੁਦਾਈ ਕਰਨ ਤੋਂ ਬਾਅਦ ਹੀ ਮਿਲ ਗਏ, ਉਹ ਪਥਰਾਟ ਤਾਂ ਹੋਣਗੇ ਨਵੇਂ ਹੋਣਗੇ, ਮਤਲਬ ਕਿ ਉਹ ਜੀਵ ਕੁਝ ਸਾਲ ਪਹਿਲਾਂ ਹੀ ਮਰੇ ਹੋਣਗੇ। ਪਰ ਜਿਉਂ-ਜਿਉਂ ਅਸੀਂ ਡੂੰਘਾਈ ਤੱਕ ਜਾਵਾਂਗੇ, ਕੋਈ ਪਥਰਾਟ ਜਿੰਨਾ ਜ਼ਿਆਦਾ ਸਾਨੂੰ ਡੂੰਘਾਈ 'ਤੇ ਮਿਲੂਗਾ ਤਾਂ ਉਹ ਜੀਵ ਓਨਾ ਹੀ ਜ਼ਿਆਦਾ ਪੁਰਾਣਾ ਹੋਊਗਾ, ਜਾਂ ਉਹ ਪਥਰਾਟ ਹੈ ਜਿਹੜਾ ਓਨੇ ਹੀ ਜ਼ਿਆਦਾ ਪੁਰਾਣਾ ਹੋਊਗਾ। ਇਸੇ ਤਰ੍ਹਾਂ ਹੀ ਦੂਜੀ ਵਿਧੀ ਹੈ ਫੋਸਿਲ ਡੇਟਿੰਗ। ਤਾਂ ਫੋਸਿਲ ਡੇਟਿੰਗ ਕੀ ਹੈ? ਜਿਸ ਵਿੱਚ ਪਦਾਰਥ ਵਿੱਚ ਮਿਲਣ ਵਾਲੇ ਕਿਸੇ ਕਾਰਬਨ ਦੇ ਆਈਸੋਟੋਪ C14 ਅਤੇ C12 ਇੱਕ ਤੱਤ ਦੇ ਵੱਖ-ਵੱਖ ਸਮਸਥਾਨਕਾਂ ਦੇ ਅਨੁਪਾਤ ਦੇ ਆਧਾਰ 'ਤੇ ਪਥਰਾਟ ਦੀ ਉਮਰ ਨਿਰਧਾਰਿਤ ਕੀਤੀ ਜਾਂਦੀ ਹੈ। ਤਾਂ ਬੱਚੇ, ਫੋਸਿਲ ਡੇਟਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ? ਫੋਸਿਲ ਡੇਟਿੰਗ ਦੇ ਵਿੱਚ ਕਾਰਬਨ ਦੇ ਆਈਸੋਟੋਪ ਨੇ ਜਿਹੜੇ C14 ਅਤੇ C12, ਇਹਨਾਂ ਦਾ ਅਨੁਪਾਤ ਦੇਖਿਆ ਜਾਂਦਾ ਹੈਗਾ ਕਿ ਕਿਸੇ ਪਥਰਾਟ ਦੇ ਵਿੱਚ ਇਹਨਾਂ ਦਾ ਅਨੁਪਾਤ ਕਿੰਨਾ ਹੈਗਾ। ਤਾਂ ਉਸ ਅਨੁਪਾਤ ਦੇ ਆਧਾਰ 'ਤੇ ਪਥਰਾਟ ਦੀ ਉਮਰ ਨਿਰਧਾਰਿਤ ਕੀਤੀ ਜਾਂਦੀ ਹੈ। ਤਾਂ ਹੁਣ ਦੇਖੋ ਬੱਚੇ,
ਪਰਤ ਦਰ ਪਰਤ ਪਥਰਾਟ ਨੇ ਜਿਹੜੇ ਕਿਵੇਂ ਬਣਦੇ ਨੇ। ਹਾਂਜੀ ਦੇਖੋ ਹੁਣ ਪਰਤ ਦਰ ਪਰਤ ਪਥਰਾਟ ਕਿਵੇਂ ਬਣਦੇ ਨੇ, ਇਹਨੂੰ ਸਮਝਣ ਦੇ ਲਈ ਆਪਾਂ 10 ਕਰੋੜ ਸਾਲ ਪਹਿਲਾਂ ਤੋਂ ਆਰੰਭ ਕਰਦੇ ਹਾਂ। ਪਹਿਲਾਂ ਕੀ ਸੀਗਾ, ਸਮੁੰਦਰ ਤਲ 'ਤੇ ਕੁਝ ਅਰੀੜਧਾਰੀ ਜੀਵ ਮਰ ਜਾਂਦੇ ਨੇ ਅਤੇ ਉਹ ਰੇਤ ਵਿੱਚ ਦਬ ਜਾਂਦੇ ਨੇ। ਤਾਂ ਸਮੁੰਦਰ ਦੇ ਤਲ 'ਤੇ ਕੀ ਹੈ, ਕੁਝ ਸਮੁੰਦਰੀ ਜੀਵ ਨੇ ਜਿਹੜੇ ਉਹ ਮਰ ਜਾਂਦੇ ਨੇ ਅਤੇ ਉਹਨਾਂ ਦੇ ਉੱਤੇ ਕੀ ਹੈਗੀ, ਰੇਤ ਪੈ ਜਾਂਦੀ ਹੈ ਅਤੇ ਹੌਲੀ ਹੌਲੀ ਹੋਰ ਵਧੇਰੇ ਰੇਤ ਇਕੱਠੀ ਹੁੰਦੀ ਜਾਂਦੀ ਆ ਅਤੇ ਵਧੇਰੇ ਦਬਾਅ ਕਾਰਨ ਕੀ ਹੈਗੀ ਉੱਥੇ ਚੱਟਾਨ ਬਣ ਜਾਂਦੀ ਹੈ। ਫਿਰ ਇਸ ਘਟਨਾ ਤੋਂ ਕਈ ਮਿਲੀਅਨ ਸਾਲਾਂ ਮਗਰੋਂ ਖੇਤਰ ਦੇ ਵਿੱਚ ਰਹਿਣ ਵਾਲੇ ਡਾਇਨਾਸੌਰ ਮਰ ਜਾਂਦੇ ਨੇ ਅਤੇ ਜਦੋਂ ਇਹ ਡਾਇਨਾਸੌਰ ਮਰਦੇ ਨੇ ਤਾਂ ਉਹਨਾਂ ਦਾ ਸਰੀਰ ਵੀ ਮਿੱਟੀ ਵਿੱਚ ਦਬ ਜਾਂਦਾ ਹੈ। ਤਾਂ ਇਹ ਮਿੱਟੀ ਵੀ ਦਬਾਅ ਕਾਰਨ ਚੱਟਾਨ ਬਣ ਜਾਂਦੀ ਹੈ, ਜੋ ਪਹਿਲਾਂ ਵਾਲੇ ਅਰੀੜਧਾਰੀਆਂ ਦੇ ਪਥਰਾਟਾਂ ਵਾਲੀ ਚੱਟਾਨ ਦੇ ਉੱਪਰ ਬਣ ਜਾਂਦੀ ਹੈ। ਹੁਣ ਦੇਖੋ ਪਹਿਲਾਂ ਅਰੀੜਧਾਰੀ ਜੀਵ ਮਰ ਗਏ, ਉਹਨਾਂ 'ਤੇ ਮਿੱਟੀ ਦੀ ਪਰਤ ਬਣ ਗਈ। ਉਸ ਤੋਂ ਕੁਝ ਮਿਲੀਅਨ ਸਾਲਾਂ ਮਗਰੋਂ ਡਾਇਨਾਸੌਰ ਆ ਗਏ, ਉਹਨਾਂ ਦੀ ਜਦੋਂ ਮੌਤ ਹੋ ਜਾਂਦੀ ਹੈ, ਉਹਨਾਂ ਦੀ ਜਿਹੜੀ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਸਰੀਰ ਨੇ ਜਿਹੜੇ ਉਹ ਸਮੁੰਦਰੀ ਜੀਵ ਦੀ ਜਿਹੜੀ ਚੱਟਾਨ ਬਣੀ ਸੀ ਉਹਨਾਂ ਦੇ ਉੱਪਰ ਉਹਨਾਂ ਦੇ ਸਰੀਰ ਆ ਜਾਂਦੇ ਨੇ ਅਤੇ ਫਿਰ ਉਸੇ ਤਰ੍ਹਾਂ ਹੀ ਉਹਨਾਂ ਦੇ ਉੱਪਰ ਵੀ ਕੀ ਹੈਗੀ, ਮਿੱਟੀ ਦੀ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਵੀ ਇੱਕ ਚੱਟਾਨ ਦਾ ਰੂਪ ਧਾਰਨ ਕਰ ਲੈਂਦੀ ਹੈ। ਫਿਰ ਇਸ ਤੋਂ ਕੁਝ ਮਿਲੀਅਨ ਸਾਲਾਂ ਪਿੱਛੋਂ ਇਸ ਖੇਤਰ ਵਿੱਚ ਘੋੜੇ ਦੇ ਸਮਾਨ ਕੁਝ ਜੀਵਾਂ ਦੇ ਪਥਰਾਟ ਚੱਟਾਨ ਵਿੱਚ ਦਬ ਜਾਂਦੇ ਨੇ। ਤਾਂ ਡਾਇਨਾਸੌਰ ਤੋਂ ਬਾਅਦ ਅਗਲੇ ਜੀਵ ਕਿਹੜੇ ਆ ਗਏ, ਘੋੜੇ। ਤਾਂ ਇਸੇ ਤਰ੍ਹਾਂ ਜਦੋਂ ਘੋੜੇ ਮਰ ਜਾਂਦੇ ਨੇ ਤਾਂ ਉਹਨਾਂ ਦੇ ਵੀ ਕੀ ਹੈਗਾ, ਅਵਸ਼ੇਸ਼ ਰਹਿ ਜਾਂਦੇ ਨੇ ਅਤੇ ਉਹ ਅਵਸ਼ੇਸ਼ ਦੇ ਉੱਪਰ ਕੀ ਹੈਗੀ, ਹੌਲੀ ਹੌਲੀ ਰੇਤ ਦੀਆਂ ਪਰਤਾਂ ਜੰਮਦੀਆਂ ਰਹਿੰਦੀਆਂ ਨੇ ਅਤੇ ਉਹ ਵੀ ਕੀ ਹੈਗਾ, ਚੱਟਾਨਾਂ ਦੇ ਵਿੱਚ ਦਬ ਜਾਂਦੇ ਨੇ। ਤਾਂ ਇਸ ਤੋਂ ਕਾਫੀ ਸਮੇਂ ਬਾਅਦ ਖੋਰ ਕਾਰਨ ਜਾਂ ਪਾਣੀ ਵਗਣ ਨਾਲ ਚੱਟਾਨਾਂ ਟੁੱਟ ਜਾਂਦੀਆਂ ਨੇ। ਤਾਂ ਇਸ ਤੋਂ ਕਾਫੀ ਸਮੇਂ ਬਾਅਦ ਕੀ ਹੈਗਾ, ਜਾਂ ਤਾਂ ਭੂਖੋਰ ਲਾ ਲਓ ਜਾਂ ਸੂਰਜ ਦੇ ਤਾਪ ਕਰਕੇ ਇਹ ਚੱਟਾਨਾਂ ਨੇ ਜਿਹੜੀਆਂ ਉਹ ਟੁੱਟ ਜਾਂਦੀਆਂ ਨੇ ਅਤੇ ਘੋੜੇ ਦੇ ਸਮਾਨ ਪਥਰਾਟ ਨੇ ਜਿਹੜੇ ਉਹ ਪ੍ਰਗਟ ਹੋ ਜਾਂਦੇ। ਤਾਂ ਜਦੋਂ ਚੱਟਾਨਾਂ ਟੁੱਟ ਜਾਂਦੀਆਂ ਨੇ ਤਾਂ ਉਹਦੇ ਵਿੱਚੋਂ ਇਹਨਾਂ ਦੇ ਜਿਹੜੇ ਪਥਰਾਟ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਜਿਵੇਂ ਜਿਵੇਂ ਅਸੀਂ ਗਹਿਰੀ ਖੁਦਾਈ ਕਰਦੇ ਜਾਂਦੇ ਹਾਂ ਤਿਵੇਂ ਤਿਵੇਂ ਪੁਰਾਣੇ ਅਤੇ ਹੋਰ ਪੁਰਾਣੇ ਪਥਰਾਟ ਮਿਲਦੇ ਜਾਂਦੇ ਨੇ। ਤਾਂ ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਵੀ ਪਥਰਾਟ ਸਾਨੂੰ ਜਿੰਨੀ ਜ਼ਿਆਦਾ ਡੂੰਘਾਈ 'ਤੇ ਮਿਲੂਗਾ ਉਹ ਪਥਰਾਟ ਓਨਾ ਹੀ ਜ਼ਿਆਦਾ ਪੁਰਾਣਾ ਹੋਏਗਾ। ਹਾਂਜੀ ਬੱਚੇ, ਆਪਣਾ ਅਗਲਾ ਟੌਪਿਕ ਹੈ ਵਿਕਾਸ ਦੇ ਪੜਾਅ। ਤਾਂ ਬੱਚੇ ਜਿਹੜਾ ਇਹ ਵਿਕਾਸ ਹੈ ਇਹ ਹੌਲੀ ਹੌਲੀ ਪੀੜ੍ਹੀ ਦਰ ਪੀੜ੍ਹੀ ਹੁੰਦਾ ਰਹਿੰਦਾ ਹੈਗਾ। ਹੁਣ ਦੇਖੋ ਜਿਸ ਤਰ੍ਹਾਂ ਕਿ ਜੇ ਆਪਾਂ ਗੱਲ ਕਰੀਏ ਇੱਕ ਅਲਪ ਵਿਕਸਿਤ ਅੱਖ ਦੀ, ਜਿਸ ਤਰ੍ਹਾਂ ਕਿ ਆਪਾਂ ਇੱਕ ਜੀਵ ਦੀ ਗੱਲ ਕਰਦੇ ਹਾਂ ਪਲੇਨੇਰੀਆ। ਤਾਂ ਪਲੇਨੇਰੀਆ ਨਾਂ ਦੇ ਚਪਟੇ ਕਿਰਮ ਦੀ ਅਤੀ ਸਰਲ ਅੱਖ ਹੁੰਦੀ ਹੈ ਜੋ ਅਸਲ ਵਿੱਚ ਨੇਤਰ ਬਿੰਦੂ ਹੁੰਦਾ ਜੋ ਪ੍ਰਕਾਸ਼ ਨੂੰ ਪਹਿਚਾਣ ਸਕਦਾ ਹੈ। ਤਾਂ ਦੇਖੋ ਜਿਹੜਾ ਪਲੇਨੇਰੀਆ ਜੀਵ ਹੈ ਇਹਦੇ ਵਿੱਚ ਕੀ ਹੈਗੀ, ਇੱਕ ਸਰਲ ਬਣਤਰ ਵਾਲੀ ਅੱਖ ਹੈ ਅਤੇ ਇਹ ਜਿਹੜੀ ਸਰਲ ਬਣਤਰ ਵਾਲੀ ਅੱਖ ਹੈ ਇਹ ਇਹਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਮੁਕਾਬਲੇ ਇਹ ਅੱਖ ਹੈ ਇਹਦੇ ਲਈ ਠੀਕ ਹੈ। ਕਿਉਂ ਠੀਕ ਹੈ, ਕਿਉਂਕਿ ਇਹ ਅੱਖ ਹੈ ਜਿਹੜੀ ਇਹ ਇਸ ਨੂੰ ਤੰਦਰੁਸਤ ਦਿਖਣ ਲਈ ਇਹਦੇ ਲਈ ਕਾਫੀ ਹੋ ਸਕਦੀ ਹੈ। ਅਸਲ ਵਿੱਚ ਖੰਭ ਦੀ ਤਰ੍ਹਾਂ ਅੱਖ ਵੀ ਕੀ ਹੈ, ਇੱਕ ਵਿਆਪਕ ਅਨੁਕੂਲਨ ਹੈ। ਇਹ ਕੀਟਾਂ ਵਿੱਚ ਪਾਈ ਜਾਂਦੀ ਹੈ, ਉਸੇ ਤਰ੍ਹਾਂ ਆਕਟੋਪਸ ਅਤੇ ਰੀੜ੍ਹਧਾਰੀਆਂ ਵਿੱਚ। ਤਾਂ ਜਿਹੜੀ ਅੱਖ ਹੈਗੀ ਦੇਖੋ ਜਿਸ ਤਰ੍ਹਾਂ ਪਲੇਨੇਰੀਆ ਦੇ ਵਿੱਚ ਸਰਲ ਅੱਖ ਹੈ, ਉਸ ਤੋਂ ਬਾਅਦ ਆਕਟੋਪਸ ਅਤੇ ਰੀੜ੍ਹਧਾਰੀਆਂ ਦੇ ਵਿੱਚ ਵੀ ਅੱਖ ਪਾਈ ਜਾਂਦੀ ਹੈ, ਪਰ ਉਹਨਾਂ ਦੀ ਅੱਖ ਹੈ ਜਿਹੜੀ ਉਹ ਪਲੇਨੇਰੀਆ ਦੀ ਅੱਖ ਦੇ ਮੁਕਾਬਲੇ ਜ਼ਿਆਦਾ ਵਿਕਸਿਤ ਹੈ। ਅੱਖ ਦੀ ਰਚਨਾ ਇਹਨਾਂ ਸਾਰੇ ਜੀਵਾਂ ਦੇ ਵਿੱਚ ਭਿੰਨ ਭਿੰਨ ਹੈ। ਕਿਉਂ ਭਿੰਨ ਭਿੰਨ ਹੈ? ਇਹਦਾ ਮੁੱਖ ਕਾਰਨ ਵਿਕਾਸੀ ਉਤਪੱਤੀ ਦਾ ਕੀ ਹੈਗਾ, ਵੱਖ-ਵੱਖ ਹੋਣਾ। ਹੁਣ ਦੇਖੋ ਇੱਕ ਪਰਿਵਰਤਨ ਜੋ ਇੱਕ ਕੰਮ ਲਈ ਉਪਯੋਗੀ ਹੈ ਉਹ ਸਮਾਂ ਬੀਤਣ ਨਾਲ ਕਿਸੇ ਹੋਰ ਕਾਰਜ ਲਈ ਵੀ ਉਪਯੋਗੀ ਹੋ ਸਕਦਾ ਹੈ। ਤਾਂ ਹੁਣ ਮੰਨ ਲਓ ਵਿਕਾਸ ਦੇ ਦੌਰਾਨ ਕਿਸੇ ਜੀਵ ਦੇ ਵਿੱਚ ਕੋਈ ਪਰਿਵਰਤਨ ਆ ਗਿਆ ਤਾਂ ਉਹ ਪਰਿਵਰਤਨ ਉਸ ਜੀਵ ਦੇ ਲਈ ਉਪਯੋਗੀ ਸੀ, ਪਰ ਹੌਲੀ ਹੌਲੀ ਕੀ ਹੈਗਾ ਉਹ ਪਰਿਵਰਤਨ ਉਸ ਜੀਵ ਦੇ ਕਿਸੇ ਹੋਰ ਕਾਰਜ ਦੇ ਲਈ ਵੀ ਉਪਯੋਗੀ ਸਿੱਧ ਹੋ ਸਕਦਾ ਹੈ। ਹੁਣ ਦੇਖੋ ਆਪਾਂ ਉਦਾਹਰਨ ਦੀ ਗੱਲ ਕਰਦੇ ਹਾਂ। ਉਦਾਹਰਨ ਵਜੋਂ
ਜੋ ਸੰਭਵ ਹੈ ਠੰਡੇ ਮੌਸਮ ਵਿੱਚ ਤਾਪ ਰੋਧਕ ਵਜੋਂ ਵਿਕਸਿਤ ਹੋਏ ਸੀ। ਹੁਣ ਦੇਖੋ ਕੀ ਹੈ, ਜਿਹੜੇ ਪਰ ਨੇ, ਜਿਹੜੇ ਪੰਛੀਆਂ ਦੇ ਵਿੱਚ ਪਰ ਹੁੰਦੇ ਨੇ, ਉਹ ਸੰਭਵ ਹੈ ਕਿ ਕਾਹਦੇ ਲਈ ਵਿਕਸਿਤ ਹੋਏ ਸੀਗੇ? ਠੰਡੇ ਮੌਸਮ ਵਿੱਚ ਤਾਪ ਰੋਧਕ ਦੇ ਵਜੋਂ ਵਿਕਸਿਤ ਹੋਏ ਸੀ। ਉਹ ਸਮਾਂ ਬੀਤਣ ਨਾਲ ਉੱਡਣ ਲਈ ਵੀ ਉਪਯੋਗੀ ਹੋ ਗਏ। ਹੁਣ ਅਸਲ ਵਿੱਚ ਕੁਝ ਡਾਇਨਾਸੌਰ ਦੇ ਪਰ ਸਨ, ਪਰ ਉਹ ਉੱਡਣ ਵਿੱਚ ਸਮਰਥ ਨਹੀਂ ਸਨ। ਹੁਣ ਦੇਖੋ ਜਿਹੜੇ ਪਰ ਨੇ, ਅੱਜ ਕੱਲ੍ਹ ਦੇ ਜਿਹੜੇ ਵੀ ਪੰਛੀ ਨੇ ਉਹਨਾਂ ਦੇ ਪਰ ਨੇ, ਅਤੇ ਉਹ ਪਰਾਂ ਦੇ ਨਾਲ ਕੀ ਹੈਗਾ, ਉੱਡ ਵੀ ਸਕਦੇ ਨੇ। ਪਰ ਜਿਹੜੇ ਹੈਗੇ ਨੇ ਉਹ ਡਾਇਨਾਸੌਰ ਦੇ ਵਿੱਚ ਵੀ ਸੀਗੇ। ਤਾਂ ਡਾਇਨਾਸੌਰ ਦੇ ਵਿੱਚ ਜਿਹੜੇ ਪਰ ਸੀਗੇ ਉਹ ਉੱਡਣ ਵਿੱਚ ਸਮਰਥ ਨਹੀਂ ਸੀ। ਤਾਂ ਸੰਭਵ ਹੈ ਕਿ ਬਾਅਦ ਦੇ ਵਿੱਚ ਪੰਛੀਆਂ ਨੇ ਪਰਾਂ ਨੂੰ ਉੱਡਣ ਦੇ ਲਈ ਅਪਣਾਇਆ। ਵੀ ਡਾਇਨਾਸੌਰ ਦੇ ਵਿੱਚ ਪਰ ਸੀਗੇ, ਉਹ ਪਰ ਜਿਹੜੇ ਸੀਗੇ ਆਪਾਂ ਕਹਿ ਦਈਏ ਕਿ ਇੱਕ ਨਿੱਘ ਪ੍ਰਦਾਨ ਕਰ ਸਕਦੇ ਸੀ, ਪਰ ਉਹਨਾਂ ਦੇ ਨਾਲ ਡਾਇਨਾਸੌਰ ਨੇ ਜਿਹੜੇ ਉੱਡ ਨਹੀਂ ਸਕਦੇ ਸੀ। ਪਰ ਹੌਲੀ ਹੌਲੀ ਵਿਕਾਸ ਜਦੋਂ ਹੁੰਦਾ ਗਿਆ ਤਾਂ ਜਿਹੜੇ ਪੰਛੀ ਆਏ, ਪੰਛੀਆਂ ਨੇ ਜਿਹੜੇ ਪਰ ਨੇ ਉਹਨਾਂ ਨੂੰ ਉੱਡਣ ਦੇ ਲਈ ਅਪਣਾਇਆ। ਤਾਂ ਡਾਇਨਾਸੌਰ ਰੀਂਗਣ ਵਾਲੇ ਜਾਨਵਰ ਸਨ। ਤਾਂ ਇਸ ਲਈ ਇਹ ਅਰਥ ਕੱਢ ਸਕਦੇ ਹਾਂ ਕਿ ਪੰਛੀ ਨੇ ਜਿਹੜੇ ਉਹ ਰੀਂਗਣ ਵਾਲੇ ਜੰਤੂਆਂ ਦੇ ਬਹੁਤ ਕਰੀਬੀ ਨੇ। ਹੁਣ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੇ ਪੰਛੀ ਨੇ ਰੀਂਗਣ ਵਾਲੇ ਜੰਤੂਆਂ ਦੇ ਬਹੁਤ ਕਰੀਬੀ ਨੇ? ਕਿਉਂਕਿ ਦੇਖੋ ਡਾਇਨਾਸੌਰ ਦੇ ਵੀ ਖੰਭ ਸੀਗੇ ਅਤੇ ਪੰਛੀਆਂ ਦੇ ਵੀ ਖੰਭ ਸੀ। ਡਾਇਨਾਸੌਰ ਦੇ ਜਿਹੜੇ ਪਰ ਸੀਗੇ ਉਹ ਉੱਡ ਨਹੀਂ ਸਕਦੇ ਸੀ, ਪਰ ਜਿਹੜੇ ਪੰਛੀ ਸੀਗੇ ਉਹ ਉਹਨਾਂ ਪਰਾਂ ਦੇ ਨਾਲ ਉੱਡ ਵੀ ਸਕਦੇ ਸੀਗੇ। ਤਾਂ ਇਸ ਤਰ੍ਹਾਂ ਜਦੋਂ ਅਸੀਂ ਵਿਕਾਸ ਦੀਆਂ ਕੜੀਆਂ ਨੂੰ ਆਪਸ ਦੇ ਵਿੱਚ ਜੋੜਦੇ ਹਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਪੰਛੀ ਨੇ ਉਹ ਰੀਂਗਣ ਵਾਲੇ ਜੰਤੂਆਂ ਤੋਂ ਵਿਕਸਿਤ ਹੋਏ ਨੇ, ਜਾਂ ਰੀਂਗਣ ਵਾਲੇ ਜੰਤੂਆਂ ਦੇ ਬਹੁਤ ਕਰੀਬੀ ਨੇ। ਹੁਣ ਦੇਖੋ, ਇਹ ਕਹਿਣਾ ਰੋਚਕ ਹੋਏਗਾ ਕਿ ਬਹੁਤ ਸਾਰੀਆਂ ਵੱਖ-ਵੱਖ ਦਿਸਣ ਵਾਲੀਆਂ ਰਚਨਾਵਾਂ ਇੱਕ ਸਮਾਨ ਪਿਤਾ ਪੁਰਖੀ ਬਣਤਰ ਤੋਂ ਵਿਕਸਿਤ ਹੋ ਸਕਦੀਆਂ ਨੇ। ਹੁਣ ਦੇਖੋ ਕੀ ਹੈ ਕਿ ਕਈ ਵਾਰ ਕੀ ਹੈਗਾ, ਆਪਾਂ ਨੂੰ ਜੀਵਾਂ ਦੀ ਬਣਤਰ ਅੱਡ-ਅੱਡ ਲੱਗਦੀ ਹੈ, ਪਰ ਹੋ ਸਕਦਾ ਹੈ ਕਿ ਉਹ ਸਾਰੇ ਜੀਵ ਨੇ ਜਿਹੜੇ ਇੱਕੋ ਹੀ ਪਿਤਾ ਪੁਰਖੀ ਬਣਤਰ ਤੋਂ ਵਿਕਸਿਤ ਹੋਈਆਂ ਹੋਣ। ਇਹ ਸੱਚ ਹੈ ਕਿ ਪਥਰਾਟਾਂ ਵਿੱਚ ਅੰਗਾਂ ਦੀ ਰਚਨਾ ਦੀ ਛਾਣਬੀਣ ਸਾਨੂੰ ਇਹ ਅਨੁਮਾਨ ਲਗਾਉਣ ਵਿੱਚ ਸਹਾਇਤਾ ਦੇ ਸਕਦੀ ਹੈ ਕਿ ਵਿਕਾਸ ਦੇ ਸੰਬੰਧ ਕਿੰਨੇ ਪੁਰਾਣੇ ਨੇ। ਤਾਂ ਹੁਣ ਦੇਖੋ ਬੱਚੇ, ਜੇ ਅਸੀਂ ਪਥਰਾਟਾਂ ਵਿੱਚ ਅੰਗਾਂ ਦੀ ਰਚਨਾ ਦਾ ਅਧਿਐਨ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਵਿਕਾਸ ਦੇ ਸੰਬੰਧ ਨੇ ਉਹ ਕਿੰਨੇ ਜ਼ਿਆਦਾ ਪੁਰਾਣੇ ਨੇ। ਹੁਣ ਇੱਥੇ ਆਪਾਂ ਇੱਕ ਉਦਾਹਰਨ ਦੀ ਗੱਲ ਕਰਦੇ ਹਾਂ, ਜੰਗਲੀ ਗੋਭੀ। ਜਿਹੜੀ ਜੰਗਲੀ ਗੋਭੀ ਹੈ ਇਸ ਦੀ ਇੱਕ ਚੰਗੀ ਉਦਾਹਰਨ ਹੈ। ਤਾਂ 2000 ਸਾਲ ਪਹਿਲਾਂ ਤੋਂ ਮਨੁੱਖ ਹੈ ਜਿਹੜਾ ਉਹ ਜੰਗਲੀ ਗੋਭੀ ਨੂੰ ਇੱਕ ਖਾਣਯੋਗ ਪੌਦੇ ਦੇ ਰੂਪ ਵਿੱਚ ਉਗਾਉਂਦਾ ਸੀ। ਤਾਂ ਜਿਹੜੀ ਜੰਗਲੀ ਗੋਭੀ ਸੀ ਉਸ ਨੂੰ ਸਿਰਫ ਖਾਣਯੋਗ ਪੌਦੇ ਦੇ ਰੂਪ ਵਿੱਚ ਉਗਾਇਆ ਜਾਂਦਾ ਸੀ, ਅਤੇ ਉਸਨੇ ਚੋਣ ਦੁਆਰਾ ਇਸ ਤੋਂ ਭਿੰਨ-ਭਿੰਨ ਸਬਜ਼ੀਆਂ ਵਿਕਸਿਤ ਕੀਤੀਆਂ। ਤਾਂ ਦੇਖੋ ਬੱਚੇ, ਪਹਿਲਾ ਮਨੁੱਖ ਜਿਹੜਾ ਸੀਗਾ ਉਹ ਜੰਗਲੀ ਗੋਭੀ ਨੂੰ ਸਿਰਫ ਖਾਣ ਦੇ ਰੂਪ 'ਚ ਵਰਤਦਾ ਸੀ। ਉਸ ਤੋਂ ਬਾਅਦ ਮਨੁੱਖ ਨੇ ਕੀ ਹੈਗਾ, ਇਸ ਦੀ ਚੋਣ ਕਰ ਲਈ, ਅਤੇ ਉਸ ਤੋਂ ਕੀ ਆ, ਅੱਗੇ ਦੀ ਅੱਗੇ ਅਲੱਗ-ਅਲੱਗ ਸਬਜ਼ੀਆਂ ਵਿਕਸਿਤ ਕਰ ਲਈਆਂ। ਪਰ ਜਿਹੜੀ ਇਹ ਚੋਣ ਸੀ ਉਹ ਕੁਦਰਤੀ ਚੋਣ ਨਹੀਂ ਸੀ, ਕਿਹੜੀ ਸੀ? ਬਨਾਵਟੀ ਚੋਣ। ਬਨਾਵਟੀ ਚੋਣ ਦਾ ਕੀ ਭਾਵ ਹੈ ਕਿ ਮਨੁੱਖ ਨੇ ਆਪਣੀ ਜ਼ਰੂਰਤ ਮੁਤਾਬਕ ਇਸ ਜੰਗਲੀ ਗੋਭੀ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰ ਲਈਆਂ। ਹੁਣ ਦੇਖੋ, ਕੁਝ ਕਿਸਾਨ ਇਸ ਦੀਆਂ ਪੱਤੀਆਂ ਦੇ ਵਿਚਲੀ ਦੂਰੀ ਘੱਟ ਕਰਨਾ ਚਾਹੁੰਦੇ ਸੀ, ਜਿਸ ਤੋਂ ਪੱਤਾ ਗੋਭੀ ਦਾ ਵਿਕਾਸ ਹੋਇਆ, ਜਿਸ ਨੂੰ ਅਸੀਂ ਖਾਂਦੇ ਹਾਂ। ਹੁਣ ਇਹ ਪੱਤਾ ਗੋਭੀ ਦਾ ਵਿਕਾਸ ਕਿਸ ਤੋਂ ਹੋਇਆਗਾ ਬੱਚੇ? ਜੰਗਲੀ ਗੋਭੀ ਤੋਂ। ਕਿਵੇਂ ਹੋਇਆ ਕਿ ਕੁਝ ਕਿਸਾਨ ਜਿਹੜੇ ਸੀਗੇ ਉਹ ਕੀ ਹੈਗਾ, ਜੰਗਲੀ ਗੋਭੀ ਦੀਆਂ ਪੱਤੀਆਂ ਦੇ ਵਿਚਲੀ ਦੂਰੀ ਘੱਟ ਕਰਨਾ ਚਾਹੁੰਦੇ ਸੀ, ਜਿਸ ਤੋਂ ਪੱਤਾ ਗੋਭੀ ਦਾ ਉਹਨਾਂ ਨੇ ਵਿਕਾਸ ਕਰ ਲਿਆ। ਇਸੇ ਤਰ੍ਹਾਂ ਹੀ ਜਿਹੜੇ ਹੋਰ ਕੁਝ ਕਿਸਾਨ ਸੀਗੇ ਉਹ ਫੁੱਲਾਂ ਦੀ ਵ੍ਰਿੱਧੀ ਰੋਕਣਾ ਚਾਹੁੰਦੇ ਸੀ, ਤਾਂ ਇਸ ਤੋਂ ਬਰੋਕਲੀ ਵਿਕਸਿਤ ਹੋਈ, ਅਤੇ ਬਰੀਕ ਫੁੱਲਾਂ ਤੋਂ ਕੀ ਹੈਗੀ, ਫੁੱਲ ਗੋਭੀ ਵਿਕਸਿਤ ਹੋਈ। ਕੁਝ ਨੇ ਫੁੱਲੇ ਹੋਏ ਭਾਗਾਂ ਦੀ ਚੋਣ ਕੀਤੀ ਅਤੇ ਗੱਠ ਗੋਭੀ ਵਿਕਸਿਤ ਕੀਤੀ, ਅਤੇ ਕੁਝ ਨੇ ਕੇਵਲ ਚੌੜੇ ਪੱਤਿਆਂ ਨੂੰ ਹੀ ਪਸੰਦ ਕੀਤਾ ਅਤੇ ਕੇਲ ਨਾਂ ਦੀ ਸਬਜ਼ੀ ਦਾ ਵਿਕਾਸ ਕੀਤਾ। ਤਾਂ ਬੱਚੇ, ਜੇਕਰ ਮਨੁੱਖ ਨੇ ਆਪ ਅਜਿਹਾ ਨਾ ਕੀਤਾ ਹੁੰਦਾ ਤਾਂ ਅਸੀਂ ਕਦੇ ਸੋਚ ਸਕਦੇ ਸੀ ਕਿ ਉਪਰੋਕਤ ਸਾਰੇ ਇੱਕੋ ਹੀ ਜੜ ਤੋਂ ਵਿਕਸਿਤ ਨੇ? ਹੁਣ ਦੇਖੋ, ਮਨੁੱਖ ਨੇ ਜੰਗਲੀ ਗੋਭੀ ਤੋਂ ਗੋਭੀ ਦੀਆਂ ਕਈ ਕਿਸਮਾਂ ਵਿਕਸਿਤ ਕਰ ਲਈਆਂ।
ਤਾਂ ਹੁਣ ਕਿਉਂਕਿ ਇਹ ਤਾਂ ਮਨੁੱਖ ਨੇ ਕੀਤੀਆਂ ਸੀਗੀਆਂ, ਤਾਂ ਇਸ ਲਈ ਆਪਾਂ ਨੂੰ ਪਤਾ ਵੀ ਇਹ ਸਾਰੀਆਂ ਕੀ ਨੇਗੀਆਂ, ਇੱਕੋ ਹੀ ਜਨਕ ਤੋਂ ਵਿਕਸਿਤ ਹੋਈਆਂ ਨੇ। ਇਹਨਾਂ ਦਾ ਇੱਕੋ ਹੀ ਜਨਕ ਕਿਹੜਾ ਸੀਗਾ ਬੱਚੇ? ਉਹ ਸੀਗੀ ਜੰਗਲੀ ਗੋਭੀ। ਹਾਂਜੀ ਬੱਚੇ, ਹੁਣ ਇਸ ਚਿੱਤਰ ਦੇ ਵਿੱਚ ਦੇਖੋ ਜੰਗਲੀ ਗੋਭੀ ਦਾ ਵਿਕਾਸ। ਤਾਂ ਪਹਿਲਾਂ ਕੁਦਰਤ ਵਿੱਚ ਕਿਹੜੀ ਪਾਈ ਜਾਂਦੀ ਸੀ? ਜੰਗਲੀ ਗੋਭੀ। ਤਾਂ ਜੰਗਲੀ ਗੋਭੀ ਤੋਂ ਮਨੁੱਖ ਨੇ ਕੀ ਹੈਗਾ, ਅਲੱਗ-ਅਲੱਗ ਤਰ੍ਹਾਂ ਦੀ ਗੋਭੀ ਦਾ ਵਿਕਾਸ ਕਰ ਲਿਆ। ਤਾਂ ਮਨੁੱਖ ਨੇ ਆਪਣੀ ਜ਼ਰੂਰਤ ਮੁਤਾਬਕ ਜੰਗਲੀ ਗੋਭੀ ਤੋਂ ਕੀ ਹੈਗਾ, ਵੱਖ-ਵੱਖ ਤਰ੍ਹਾਂ ਦੀ ਗੋਭੀ ਦਾ ਵਿਕਾਸ ਕਰ ਲਿਆ। ਹਾਂ, ਜੰਗਲੀ ਗੋਭੀ ਤੋਂ ਕੀ ਕੁਛ ਬਣਾਇਆ ਆਪਾਂ ਨੇ? ਗੱਠ ਗੋਭੀ, ਫੁੱਲ ਗੋਭੀ, ਬਰੋਕਲੀ, ਪੱਤਾ ਗੋਭੀ, ਲਾਲ ਗੋਭੀ ਤੇ ਕੈਲ। ਤਾਂ ਇਹ ਸਾਰੀਆਂ ਹੀ ਜਿਹੜੀਆਂ ਹੈਗੀਆਂ ਨੇ ਬੱਚੇ, ਇਹ ਜੰਗਲੀ ਗੋਭੀ ਦੀ ਹੀ ਅੱਡ-ਅੱਡ ਕਿਸਮਾਂ ਨੇ। ਹੁਣ ਦੇਖੋ, ਵਿਕਾਸ ਸੰਬੰਧ ਖੋਜਣ ਦਾ ਇੱਕ ਹੋਰ ਢੰਗ ਉਸ ਮੌਲਿਕ ਕਲਪਨਾ ਉੱਤੇ ਨਿਰਭਰ ਕਰਦਾ ਹੈ ਜਿਸ ਤੋਂ ਅਸੀਂ ਆਰੰਭ ਕੀਤਾ ਸੀ। ਤਾਂ ਇਹ ਵਿਚਾਰ ਸੀ ਕਿ ਜਨਮ ਦੇ ਦੌਰਾਨ DNA ਵਿੱਚ ਹੋਣ ਵਾਲੇ ਪਰਿਵਰਤਨ ਵਿਕਾਸ ਦੀ ਮੂਲ ਘਟਨਾ ਨੇ। ਹੁਣ ਦੇਖੋ ਕੀ ਹੈਗਾ, ਜਨਮ ਦੇ ਦੌਰਾਨ ਜਦੋਂ ਮਾਤਾ ਪਿਤਾ ਦੇ ਜੀਨ ਸੰਤਾਨ ਦੇ ਵਿੱਚ ਜਾਂਦੇ ਨੇ, ਤਾਂ ਉਦੋਂ DNA ਦੇ ਵਿੱਚ ਜਿਹੜਾ ਕੋਈ ਪਰਿਵਰਤਨ ਆਉਂਦਾ ਹੈਗਾ, ਉਹ ਵਿਕਾਸ ਦੀ ਕੀ ਹੈਗੀ, ਮੂਲ ਘਟਨਾ ਮੰਨਿਆ ਜਾਂਦਾ ਹੈ। ਜੇਕਰ ਇਹ ਸੱਚ ਹੈ ਤਾਂ ਭਿੰਨ-ਭਿੰਨ ਸਪੀਸੀਜ਼ ਦੇ DNA ਦੀ ਰਚਨਾ ਦੀ ਤੁਲਨਾ ਤੋਂ ਅਸੀਂ ਸਿੱਧੇ ਹੀ ਇਸ ਦਾ ਨਿਰਧਾਰਨ ਕਰ ਸਕਦੇ ਹਾਂ ਕਿ ਇਹਨਾਂ ਸਪੀਸੀਜ਼ ਦੇ ਸਪੀਸੀਏਸ਼ਨ ਦੇ ਦੌਰਾਨ DNA ਵਿੱਚ ਕੀ ਅਤੇ ਕਿੰਨੇ ਪਰਿਵਰਤਨ ਆਏ। ਹੁਣ ਦੇਖੋ, ਹੁਣ ਬੱਚੇ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਹੈਗਾ। ਇੱਕ ਤਾਂ ਦੇਖੋ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੀਗਾ ਕਿ ਵਾਤਾਵਰਨ ਦਾ ਪ੍ਰਭਾਵ ਪੈਂਦਾ ਹੈਗਾ। ਦੂਜਾ ਕੀ ਹੈਗਾ, DNA ਦੀ ਜਦੋਂ ਕਾਪੀ ਬਣਦੀ ਹੈ ਮਾਤਾ ਪਿਤਾ ਤੋਂ ਸੰਤਾਨ ਦੇ ਵਿੱਚ, ਜਦੋਂ DNA ਦੀ ਕਾਪੀ ਜਾਂਦੀ ਹੈ ਤਾਂ ਉਹਦੇ ਵਿੱਚ ਜਦੋਂ ਕੋਈ ਪਰਿਵਰਤਨ ਆਉਂਦਾ ਹੈ ਤਾਂ ਜਿਹੜੇ ਜੀਵ ਦੇ ਵਿੱਚ ਨਵੇਂ ਗੁਣ ਆ ਸਕਦੇ ਨੇ। ਤਾਂ ਇਸ ਤਰ੍ਹਾਂ ਇਹ ਵੀ ਕੀ ਹੈਗਾ, ਇਹ ਵੀ ਵਿਕਾਸ ਦੇ ਪੜਾਅ ਦੇ ਵਿੱਚ ਸ਼ਾਮਿਲ ਹੈ। ਤਾਂ ਬੱਚੇ, ਇਹ ਸੀ ਆਪਣਾ ਅੱਜ ਦਾ ਟੌਪਿਕ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਦੋਨੋਂ ਟੌਪਿਕ ਜਿਹੜੇ ਆਪਾਂ ਨੇ ਅੱਜ ਕੀਤੇ ਨੇ, ਇਹ ਤੁਹਾਨੂੰ ਸਮਝ ਆ ਗਏ ਹੋਣਗੇ। ਤਾਂ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।